ਕਿਵੇਂ ਹੋ ਮੇਰੇ ਪਿਆਰੇ ਬੱਚਿਓ। ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਦਾਦੀ ਗੁੱਸੇ ਵਿੱਚ ਕਿਉਂ ਹੈ ਜਾਂ ਅੱਜ ਦਾਦੀ ਮੁਸਕਰਾ ਕਿਉਂ ਨਹੀਂ ਰਹੀ ਜਿਵੇਂ ਪਹਿਲੇ ਮੁਸਕਰਾ ਕੇ ਕਹਾਣੀਆਂ ਸੁਣਾਇਆ ਕਰਦੀ ਸੀ। ਅਸਲ ਵਿੱਚ ਬੱਚਿਓ, ਅੱਜ ਜਦੋਂ ਮੈਂ ਇੱਥੇ ਆ ਰਹੀ ਸੀ ਤਾਂ ਰਸਤੇ ਵਿੱਚ ਇੱਕ ਪਾਗਲ ਨਾਲ ਬਹਿਸ ਹੋ ਗਈ। ਮੈਂ ਉਸ ਨਾਲ ਝਗੜਾ ਨਹੀਂ ਕੀਤਾ, ਜਦਕਿ ਠੰਡੇ ਦਿਮਾਗ ਨਾਲ ਗੱਲ ਨੂੰ ਸੁਲਝਾ ਕੇ ਚਲੀ ਆਈ। ਇਸੇ ਕਰਕੇ ਥੋੜੀ ਜਿਹੀ ਉਲਝਣ ਤੁਹਾਨੂੰ ਮੇਰੇ ਚਿਹਰੇ ਤੇ ਜ਼ਰੂਰ ਦਿਖ ਰਹੀ ਹੋਵੇਗੀ। ਬੱਚਿਓ, ਕੀ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਕਿ ਤੁਹਾਡਾ ਕਿਸੇ ਨਾਲ ਝਗੜਾ ਹੋਇਆ ਹੋਵੇ? ਅਜਿਹਾ ਹੁੰਦਾ ਹੈ ਬੱਚਿਓ, ਸਾਨੂੰ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ। ਜੇਕਰ ਅਜਿਹੀ ਸਥਿਤੀ ਬਣ ਵੀ ਜਾਂਦੀ ਹੈ ਤਦ ਵੀ ਉਸ ਵਿਵਾਦ ਨੂੰ ਆਰਾਮ ਨਾਲ ਸੁਲਝਾਉਣਾ ਚਾਹੀਦਾ ਹੈ, ਨਹੀਂ ਤਾਂ ਬਿਨਾਂ ਕਿਸੇ ਲੜਾਈ ਦੇ ਉਸ ਸਥਿਤੀ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਚਲੋ ਆਓ, ਇਸ ਦੇ ਨਾਲ ਮੈਂ ਤੁਹਾਨੂੰ ਇੱਕ ਮਜ਼ੇਦਾਰ ਕਹਾਣੀ ਸੁਣਾਉਂਦੀ ਹਾਂ। ਧਿਆਨ ਨਾਲ ਸੁਣਿਓ। ਬੱਚਿਓ, ਬਹੁਤ ਪੁਰਾਣੀ ਗੱਲ ਹੈ। ਇੱਕ ਜੰਗਲ ਵਿੱਚ ਦੋ ਬੱਕਰੀਆਂ ਰਹਿੰਦੀਆਂ ਸੀ। ਉਹਨਾਂ ਦੋਨਾਂ ਬੱਕਰੀਆਂ ਨੇ ਜੰਗਲ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਹ ਸਾਰਾ ਦਿਨ ਘਾਹ ਖਾਂਦੀਆਂ ਤੇ ਸ਼ਾਮ ਹੁੰਦੇ ਹੀ ਘਰ ਪਰਤਦੀਆਂ। ਇਸ ਤਰ੍ਹਾਂ ਉਹ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਰਹੀਆਂ ਸੀ। ਉਸ ਜੰਗਲ ਦੇ ਵਿਚਕਾਰ ਇੱਕ ਨਦੀ ਵੀ ਸੀ। ਕਈ ਸਮਾਂ ਪਹਿਲਾਂ ਉਸ ਜੰਗਲ ਵਿੱਚ ਇੱਕ ਤੂਫਾਨ ਆਇਆ, ਜਿਸ ਕਾਰਨ ਇੱਕ ਬਹੁਤ ਵੱਡਾ ਦਰਖਤ ਨਦੀ ਦੇ ਵਿਚਕਾਰ ਡਿੱਗ ਗਿਆ ਸੀ। ਉਸ ਦਰਖਤ ਦੇ ਡਿੱਗਣ ਨਾਲ ਜੰਗਲ ਦੇ ਸਾਰੇ ਜਾਨਵਰਾਂ ਨੂੰ ਇੱਕ ਫਾਇਦਾ ਤੇ ਹੋ ਗਿਆ। ਉਹ ਦਰਖਤ ਹੁਣ ਜੰਗਲ ਦੇ ਜਾਨਵਰਾਂ ਲਈ ਇੱਕ ਪੁੱਲ ਵਾਂਗ ਕੰਮ ਕਰ ਰਿਹਾ ਸੀ। ਜੰਗਲ ਦੇ ਜਾਨਵਰ ਦਰਖਤ ਰਾਹੀਂ ਨਦੀ ਨੂੰ ਪਾਰ ਕਰ ਲੈਂਦੇ ਸੀ, ਪਰ ਉਸ ਪੁੱਲ ਨਾਲ ਇੱਕ ਸਮੱਸਿਆ ਵੀ ਸੀ। ਸਮੱਸਿਆ ਇਹ ਸੀ ਕਿ ਉਸ ਪੁੱਲ ਤੋਂ ਇੱਕ ਸਮੇਂ ਤੇ ਸਿਰਫ ਇੱਕ ਹੀ ਜਾਨਵਰ ਨਦੀ ਪਾਰ ਕਰ ਸਕਦਾ ਸੀ। ਇੱਕ ਦਿਨ ਦੀ ਗੱਲ ਹੈ, ਦੋਵੇਂ ਬੱਕਰੀਆਂ ਘਾਹ ਚਰਦੀਆਂ ਹੋਈਆਂ ਨਦੀ ਦੇ ਕੰਢੇ ਪਹੁੰਚ ਗਈਆਂ। ਦੋਵੇਂ ਬੱਕਰੀਆਂ ਹੀ ਨਦੀ ਪਾਰ ਕਰਕੇ ਜੰਗਲ ਦੇ ਦੂਜੇ ਹਿੱਸੇ ਵਿੱਚ ਜਾਣਾ ਚਾਹੁੰਦੀਆਂ ਸੀ। ਇੱਕ ਹੀ ਸਮੇਂ ਤੇ ਦੋਵੇਂ ਬੱਕਰੀਆਂ ਉਸ ਦਰਖਤ ਉੱਤੇ ਚੜ੍ਹ ਗਈਆਂ ਜੋ ਨਦੀ ਵਿੱਚ ਪੁੱਲ ਵਾਂਗ ਸੀ। ਦੋਵੇਂ ਬੱਕਰੀਆਂ ਅੱਗੇ ਵਧੀਆਂ। ਚੱਲਦੇ ਚੱਲਦੇ ਉਹ ਇੱਕ ਦੂਜੇ ਦੇ ਸਾਹਮਣੇ ਆ ਗਈਆਂ। ਹੁਣ ਸਵਾਲ ਇਹ ਸੀ ਕਿ ਆਖਰ ਨਦੀ ਪਾਰ ਕਰੀਏ ਤੇ ਕਿਵੇਂ ਕਰੀਏ, ਕਿਉਂਕਿ ਦਰਖਤ ਤੋਂ ਲੰਘ ਕੇ ਸਿਰਫ ਇੱਕ ਬੱਕਰੀ ਹੀ ਇੱਕ ਸਮੇਂ ਤੇ ਨਦੀ ਪਾਰ ਕਰ ਸਕਦੀ ਸੀ। ਦੋਵੇਂ ਬੱਕਰੀਆਂ ਹੀ ਇੱਕ ਨੰਬਰ ਦੀ ਜਿੱਦੀ ਸੀ। ਦੋਨਾਂ ਵਿੱਚ ਕੋਈ ਵੀ ਪਿੱਛੇ ਜਾਣ ਨੂੰ ਤਿਆਰ ਨਹੀਂ ਸੀ। ਫਿਰ ਇੱਕ ਬੱਕਰੀ ਨੇ ਕਿਹਾ, ਸੁਣੋ, ਪਹਿਲਾਂ ਮੈਨੂੰ ਜਾਣ ਦਿਓ, ਤੁਸੀਂ ਮੇਰੇ ਬਾਅਦ ਪੁੱਲ ਪਾਰ ਕਰ ਲਿਓ। ਦੂਜੀ ਬੱਕਰੀ ਨੇ ਐਂਠਦੇ ਹੋਏ ਕਿਹਾ, ਨਹੀਂ, ਪਹਿਲਾਂ ਮੈਨੂੰ ਪੁੱਲ ਪਾਰ ਕਰਨ ਦਿਓ, ਫਿਰ ਤੁਸੀਂ ਪੁੱਲ ਪਾਰ ਕਰ ਲੈਣਾ। ਦੋਵੇਂ ਬੱਕਰੀਆਂ ਇੱਕ ਦੂਜੇ ਨਾਲ ਝਗੜਦੀਆਂ ਰਹੀਆਂ। ਦੋਨਾਂ ਵਿਚਕਾਰ ਤੂੰ ਮੈਂ ਸ਼ੁਰੂ ਹੋ ਗਈ। ਇਹ ਝਗੜਾ ਵੱਧਦਾ ਹੀ ਗਿਆ। ਇਹਨਾਂ ਦੋਨਾਂ ਬੱਕਰੀਆਂ ਨੂੰ ਬਿਲਕੁਲ ਵੀ ਯਾਦ ਨਹੀਂ ਰਿਹਾ ਕਿ ਉਹ ਕਿੰਨੇ ਘੱਟ ਚੌੜੇ ਪੁੱਲ ਤੇ ਖੜੀਆਂ ਨੇ। ਬਸ ਫੇਰ ਕੀ ਸੀ, ਦੋਵੇਂ ਬੱਕਰੀਆਂ ਲੜਦੀਆਂ ਹੋਈਆਂ ਅਚਾਨਕ ਨਦੀ 'ਚ ਡਿੱਗ ਗਈਆਂ। ਨਦੀ ਬਹੁਤ ਡੂੰਘੀ ਸੀ ਤੇ ਉਸ ਦਾ ਬਹਾਅ ਵੀ ਬਹੁਤ ਤੇਜ਼ ਸੀ, ਜਿਸ ਕਾਰਨ ਦੋਵੇਂ ਬੱਕਰੀਆਂ ਨਦੀ 'ਚ ਡੁੱਬ ਕੇ ਮਰ ਗਈਆਂ। ਤਾਂ ਬੱਚਿਓ, ਕਿਵੇਂ ਦੀ ਲੱਗੀ ਇਹ ਕਹਾਣੀ? ਇਹ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਝਗੜੇ ਨਾਲ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਨਿਕਲਦਾ, ਉਲਟਾ ਇਸ ਨਾਲ ਸਭ ਦਾ ਨੁਕਸਾਨ ਹੁੰਦਾ ਹੈ। ਇਸ ਲਈ ਜਦੋਂ ਵੀ ਝਗੜੇ ਵਰਗੀ ਸਥਿਤੀ ਪੈਦਾ ਹੋਵੇ ਤਾਂ ਲੜਨ ਦੀ ਬਜਾਏ ਸ਼ਾਂਤ ਮਨ ਨਾਲ ਕੰਮ ਕਰਨਾ ਚਾਹੀਦਾ ਹੈ। ਮਸਲਾ ਆਪਸੀ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ ਜਾਂ ਫਿਰ ਠੰਡੇ ਦਿਮਾਗ ਨਾਲ ਬਿਨਾਂ ਝਗੜੇ ਤੋਂ ਹੱਲ ਕੱਢਣਾ ਚਾਹੀਦਾ ਹੈ। ਨਹੀਂ ਤਾਂ ਨਤੀਜਾ ਉਹੀ ਨਿਕਲਦਾ ਹੈ ਜੋ ਦੋਹਾਂ ਬੱਕਰੀਆਂ ਦਾ ਹੋਇਆ। ਸਮਝ ਗਏ ਨਾ ਤੁਸੀਂ ਮੇਰੀ ਗੱਲ? ਤਾਂ ਬੱਚਿਓ, ਹੁਣ ਮੈਂ ਚੱਲਦੀ ਹਾਂ। ਅਗਲੀ ਵਾਰ ਫੇਰ ਆਵਾਂਗੀ ਇੱਕ ਹੋਰ ਕਹਾਣੀ ਲੈ ਕੇ। ਉਦੋਂ ਤੱਕ ਆਪਣਾ ਖਿਆਲ ਰੱਖੋ।